जिसके सिर ऊपर तो स्वामी सो दुख कैसा पावे, बोल न जाए माया मद माता वरना चित न आवे। आओ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਿਚਾਰਾਂਗੇ ਗੁਰਬਾਣੀ ਦਾ ਅਦਬ ਕਿਵੇਂ ਕਰਨਾ ਹੈ। ਆਓ ਸ਼ੁਰੂ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਗਤ ਜਲੰਧੇ ਦੀ ਰੱਖਿਆ, ਈਰਖਾ ਵਿਕਾਰਾਂ, ਗਰਭ ਤੇ ਨਰਕ ਦੀ ਅੱਗ ਵਿੱਚ ਸਾੜ ਭੁੱਜ ਤੇ ਤਪ ਰਹੇ ਹਿਰਦਿਆਂ ਨੂੰ ਠਾਰਨ, ਸੁੱਕੇ ਮੁਰਝਾਏ ਤੇ ਕੁਮਲਾਏ ਮਨਾਂ ਨੂੰ ਖਿੜੇ ਹਰੇ ਵਾਹ ਕਰਨ, ਵਿਛੜੀਆਂ ਰੂਹਾਂ ਨੂੰ ਵਾਹਿਗੁਰੂ ਨਾਲ ਮੇਲਣ, ਪਸ਼ੂ ਪ੍ਰੇਤ ਮੁਗਧ ਪੱਥਰ ਤੇ ਪਾਪੀਆਂ ਨੂੰ ਤਾਰਨ, ਸਰਬ ਜੀਆਂ ਦੇ ਸਦਾ ਕਲਿਆਣ ਕਰਨ ਵਾਸਤੇ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਧਰਮੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ 3 ਦਿਨ ਪਹਿਲਾਂ 10 ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹੱਥੀਂ ਜੁਗੋ ਜੁਗ ਟਲ ਗੁਰਤਾ ਗੱਦੀ ਬਖਸ਼ ਕੇ ਸਦਾ ਲਈ ਚਵਰ ਛਤਰ ਤਖਤ ਦੇ ਮਾਲਕ ਬਣਾ ਕੇ ਸਭ ਸੰਸਾਰ ਨੂੰ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਵਿੱਤਰ ਬਚਨ ਫਰਮਾ ਕੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਦੇ ਸ੍ਰੀ ਮੁਖ ਵਾਕ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਨੀ ਪਾਇਆ। ਅਗਿਆਨ ਭਰਮ ਜ਼ੁਲਮ ਤੇ ਵਹਿਮ ਦੇ ਹਨੇਰੇ ਨੂੰ ਸਦਾ ਦੂਰ ਕਰਨ ਲਈ ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ, ਸਭ ਚਿੰਤਾ ਸੋਗ ਮੇਟਣ ਲਈ ਧੁਰ ਕੀ ਬਾਣੀ ਆਈ, ਤਿਨ ਸਗੜੇ ਚਿੰਤ ਮਿਟਾਈ। ਭਾਉ ਭਗਤੀ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਦਾ ਸਿੱਧਾ ਰਾਹ ਦੱਸਣ ਵਾਲੇ ਗੁਰੂ ਕੇ ਬਚਨ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਸੋ ਗੁਰਬਾਣੀ ਨੂੰ ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਸਰੂਪ ਕਿਹਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। 5 ਭੂਤਕ ਸਰੀਰਾਂ ਦਾ ਮਿਲਾਪ ਸਦੀਵੀ ਨਹੀਂ, ਜੋ ਗੁਰ ਸ਼ਬਦ ਹੈ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਕਈ ਕਹਿੰਦੇ ਹਨ ਅਸੀਂ ਦਰਸ਼ਨ ਕਰਕੇ ਹੀ ਮੁਕਤ ਹੋ ਜਾਵਾਂਗੇ। ਨਹੀਂ ਨਹੀਂ, ਗੁਰ ਸ਼ਬਦ ਦੇ ਵਿਚਾਰ ਕਰਨ ਤੋਂ ਬਿਨਾ ਮੁਕਤ ਕੋਈ ਨਹੀਂ ਹੋ ਸਕਦਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਿਸ ਗੁਰ ਸ਼ਬਦ ਦੇ ਵਿਚਾਰ ਕਰਕੇ ਉਸ ਦੇ ਹੁਕਮ ਅਨੁਸਾਰ ਚੱਲਣ ਤੋਂ ਗੁਰਮੁਖਾਂ ਦਾ ਸਰੂਪ ਰੂਪੀ ਘਰ ਵਿੱਚ ਨਿਵਾਸ ਹੁੰਦਾ ਹੈ। ਜੈਸੇ ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਇਹ ਸੱਚੀ ਬਾਣੀ ਧੁਰ ਕੀ ਬਾਣੀ, ਬਾਣੀਆਂ ਸਿਰ ਬਾਣੀ। ਮਹਾਂਪੁਰਖਣ ਕੀ ਬਾਣੀ, ਗੁਰੂ ਕੀ ਬਾਣੀ, ਭਗਤ ਬਾਣੀ ਮਨ ਚੋਂ ਕਾਮ ਆਦਿਕ ਵਿਕਾਰ ਮੇਟ ਕੇ ਸ਼ੁੱਧ ਕਰਦੀ ਹੈ। ਬਾਣੀ ਮੰਤਰ ਮਹਾਂਪੁਰਖਨ ਕੀ, ਮਨ ਹੈ ਉਤਾਰਨ ਮਾਨ ਕੋ। ਭਗਤ ਜਨਾ ਕੀ ਊਤਮ ਬਾਣੀ, ਗਾਵੇ ਅਕਥ ਕਥਾ ਨਿਤ ਨਿਆਰੀ। ਸੁਰ ਨਰ ਤਿਨ ਕੀ ਬਾਣੀ ਗਾਵਹਿ, ਕੋਇ ਨਾ ਮੇਟੈ ਭਾਈ। ਐਸੀ ਗੁਰਬਾਣੀ ਦਾ ਅਦਬ ਤੇ ਸਤਿਕਾਰ ਆਪ ਸਤਿਗੁਰਾਂ ਨੇ ਸਾਰੇ ਸਰੂਪਾਂ ਵਿੱਚ ਇਸ ਪ੍ਰਕਾਰ ਕੀਤਾ। ਪਹਿਲੇ ਸਤਿਗੁਰ ਨਾਨਕ ਦੇਵ ਜੀ ਤੋਂ ਸਿੱਧਾ ਨੇ ਗੋਸ਼ਟ ਸਮੇਂ ਪੁੱਛਿਆ ਸੀ, ਤੇਰਾ ਕਵਣ ਗੁਰੂ
ਜਿਸ ਕਾ ਤੂੰ ਚੇਲਾ। ਹਜੂਰ ਨੇ ਉੱਤਰ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੇ ਸਿੱਧੋ, ਗੁਰ ਸੰਗਤ ਤੇ ਗੁਰਬਾਣੀ ਬਿਨਾ ਦੂਜੀ ਓਟ ਸਾਨੂੰ ਜਰਾ ਜਿੰਨੀ ਵੀ ਨਹੀਂ ਹੈ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਵਾਰ ਪਹਿਲੀ। ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਤੀ ਭੱਟਾਂ ਨੇ ਗੁਰਬਾਣੀ ਵਿੱਚ ਉਚਾਰਿਆ ਹੈ, ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੇਵ ਰਖਾਈ। ਸ੍ਰੀ ਗੁਰੂ ਅਮਰਦਾਸ ਜੀ ਨੇ ਨਿਤਨੇਮ ਦੀ ਬਾਣੀ ਆਨੰਦ ਸਾਹਿਬ ਵਿੱਚ ਫਰਮਾਇਆ ਹੈ, ਆਵਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਆਪਣੇ ਸਾਹਿਬਜ਼ਾਦੇ ਮੋਹਣ ਜੀ ਨੂੰ ਫਰਮਾਇਆ ਕਿ ਇਹ ਬਾਣੀ ਸਾਂਭ ਕੇ ਰੱਖੀ ਤੇ ਪੰਜਵੇਂ ਪਾਤਸ਼ਾਹ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਵੀਂ, ਅਤੇ ਪੰਜਵੇਂ ਸਰੂਪ ਨੂੰ ਉਹਨਾਂ ਦੇ ਬਾਲ ਲੀਲਾ ਸਮੇਂ ਵਾਰ ਦਿੱਤਾ। ਦੋਹਿਤਾ ਬਾਣੀ ਕਾ ਬੋਹਿ ਥਾ। ਗੁਰਬਾਣੀ ਨੂੰ ਸੰਸਾਰੀ ਜੀਵਾਂ ਨੂੰ ਤਾਰਨ ਵਾਲਾ ਜਹਾਜ਼ ਕਿਹਾ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ। ਚੌਥੇ ਸਰੂਪ ਵਿੱਚ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਪੋਥੀਆਂ ਲੈਣ ਵਾਸਤੇ ਭਾਈ ਮੋਹਨ ਜੀ ਪਾਸ ਗੋਇੰਦਵਾਲ ਸਾਹਿਬ ਜਾ ਕੇ ਗਲੀ ਵਿੱਚ ਬੈਠ ਕੇ ਕੀਰਤਨ ਕੀਤਾ ਤੇ ਪੋਥੀਆਂ ਪ੍ਰਾਪਤ ਕਰਕੇ ਆਦਬ ਨਾਲ ਪਾਲਕੀ ਵਿੱਚ ਸਥਾਪਨ ਕਰਕੇ ਆਪ ਬਰਾਬਰ ਨਹੀਂ ਚੜੇ, ਘੋੜੇ ਤੇ ਅਸਵਾਰ ਨਹੀਂ ਹੋਏ, ਸਗੋਂ ਨੰਗੇ ਚਰਨੀ ਚੋਰ ਕਰਦੇ ਹੋਏ ਖੱਬੇ ਪਾਸੇ ਚੱਲਦੇ ਚੱਲਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਪਹੁੰਚੇ। 68 ਘਾਟ ਵਾਲੇ ਥੜੇ ਸਾਹਿਬ ਤੇ ਆਪਣੇ ਪਰਮ ਸੇਵਕ ਸਿੱਖੀ ਦੇ ਥੰਮ ਬਾਬਾ ਬੁੱਢਾ ਜੀ ਨੂੰ ਸਾਰੀ ਰਾਤ ਚੌਰ ਦੀ ਸੇਵਾ ਅਤੇ ਪਹਿਰੇ ਤੇ ਟਿਕਾ ਕੇ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਕਰਵਾਇਆ ਅਤੇ ਪੋਥੀ ਪਰਮੇਸ਼ਰ ਕਾ ਥਾਨ ਕਹਿ ਕੇ ਸਤਕਾਰਿਆ। ਸਾਰੀ ਗੁਰਬਾਣੀ ਦੇ ਬੀੜ ਬਣ ਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਫੇਰ ਕਦੇ ਆਪ ਗੱਦੀ ਵਿਛਾ ਕੇ ਬਰਾਬਰ ਨਹੀਂ ਸਜੇ। ਹਜੂਰ ਨੇ ਗੁਰਬਾਣੀ ਦਾ ਸਤਕਾਰ ਤੇ ਅਦਬ ਕਰਕੇ ਸਾਨੂੰ ਸਿੱਖਿਆ ਦਿੱਤੀ ਹੈ। ਅਕਾਲ ਤਖਤ ਸਾਹਿਬ ਦੇ ਨਾਲ ਦੀ ਕੋਠੜੀ ਸਾਹਿਬ, ਜਿੱਥੇ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਖਾਸਣ ਕੀਤੇ, ਉੱਥੇ ਸਤਿਗੁਰੂ ਜੀ ਆਪ ਹੋਰ ਪਲੰਘੇ ਤੇ ਬਰਾਬਰ ਨਹੀਂ, ਸਗੋਂ ਧਰਤੀ ਤੇ ਉਸ ਪਲੰਘ ਦੇ ਥੱਲੇ ਵਿਰਾਜਦੇ ਰਹੇ। ਗ੍ਰੰਥ ਸਾਹਿਬ ਆਦਰ ਕੇ ਹੇਤ ਭੂਤਲ ਸੈਨੇ ਗੁਰੂ ਸਮੇਤ, ਤਹਾਂ ਨਿਵਾਸ ਗ੍ਰੰਥ ਕੋ ਕੀਨੋ, ਸ਼੍ਰੀ ਗੁਰ ਭੂਤਲ ਨਿਕਟ ਅਸੀਨੋ, ਸ੍ਰੀ ਗੁਰ ਪ੍ਰਤਾਪ ਸੂਰਜ। ਜੋ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ ਚਿੱਟੀ ਚਾਦਰ ਯਾਦਗਾਰ ਵਜੋਂ ਵਿਛਾਈ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਮਹਾਨਤਾ ਨੂੰ ਸਰਬ ਉੱਤਮ ਜਣਾਉਂਦਿਆਂ ਹੋਇਆਂ ਆਪਣੇ ਸਿੱਖਾਂ ਪ੍ਰਤੀ ਇਹ ਸਿੱਖਿਆ ਦਿੱਤੀ, ਸ਼੍ਰੀ ਗੁਰ ਕੇਰ ਸਰੀਰ ਜੂ, ਸਭ ਥਾਨ ਸਮੈ ਸਭ ਨਾ ਦਰਸੈ ਹੈ। ਗ੍ਰੰਥ ਰਿਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਹਿ ਹੈ। ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿ ਹੈ। ਪੂਜੋ ਚੰਦਨ ਕੇਸਰ ਕੋ ਕਸ, ਧੂਪ ਤੁਖਾਏ ਕੈ ਫੂਲ ਚੜਾ ਹੈ। ਸ੍ਰੀ ਗੁਰ ਪ੍ਰਤਾਪ ਸੂਰਜ। ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਵੱਡ ਜੋਧਾ, ਬਹੁ ਪਰ ਉਪਕਾਰੀ। ਵਾਰ ਭਾਈ ਗੁਰਦਾਸ।
ਛੇਵੇਂ ਸਤਿਗੁਰਾਂ ਨੇ ਸ੍ਰੀ ਗੁਰੂ ਹਰਗੋਬਿੰਦਪੁਰ ਸਾਹਿਬ ਦਾ ਜੰਗ ਫਤਿਹ ਕਰਕੇ ਭਾਈ ਗੋਪਾਲੇ ਜੀ ਤੋਂ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣ ਕੇ ਉਸ ਨੂੰ ਗੁਰਤਾ ਗੱਦੇ ਦੇਣ ਤੱਕ ਤਿਆਰੀ ਕੀਤੀ। ਮਾਤਾ ਦਮੋਦਰੀ ਜੀ ਦੇ ਭੈਣ ਰਾਮੋ ਜੀ ਤੇ ਉਹਨਾਂ ਦੇ ਪਤੀ ਸਾਈਂ ਦਾਸ ਜੀ ਦੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਪ੍ਰੇਮ ਤੇ ਵੈਰਾਗ ਵਿੱਚ ਬੇਨਤੀ ਕਰਨ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਏ ਤੇ ਸਾਈਂ ਦਾਸ ਜੀ ਨੂੰ ਦਰਸ਼ਨ ਦੇਣ ਲਈ ਤਿਆਰੇ ਕੀਤੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਅਰਦਾਸ ਤੇ 4 ਪਰਿਕਰਮਾ ਕਰਕੇ ਅਕਾਲ ਤਖਤ ਸਾਹਿਬ ਆਏ। ਸਤਿਗੁਰੂ ਜੀ ਨੇ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸਥਾਪਨ ਕਰਕੇ ਸਭ ਤੋਂ ਅੱਗੇ ਚਲਾਇਆ। ਹੋਰ ਸਾਰੀ ਸੰਗਤ ਮਗਰ ਅਦਬ ਸਤਕਾਰ ਸਹਿਤ ਚੱਲੀ। ਤਬ ਹੈ ਮੰਗਾਏ ਜਰਾਊ ਖਾਸਾ ਜਿਸ ਮੈਂ ਸੁੰਦਰ ਹੋਤ ਪ੍ਰਕਾਸ਼ਾ। ਸ੍ਰੀ ਗ੍ਰੰਥ ਸਾਹਿਬ ਵਿੱਚ ਥਾਪ ਕਰਿਓ ਅਗਾਰੀ ਪਾਛੇ ਆਪ। ਦੋਏ ਦਿਸ਼ਾ ਦੋਏ ਚਮਰ ਟੁਰਾਵੈਂ ਚਲੇ ਕਿਤਕ ਲੈ ਸੰਖ ਬਜਾਵੈਂ। ਪਨਹੀ ਬਿਨਾ ਗ੍ਰੰਥ ਕੇ ਪਾਛੇ ਪੁਰ ਨਿਕਸੇ ਚੱਲ ਸ਼੍ਰੀ ਗੁਰ ਆਛੇ। ਸ੍ਰੀ ਗੁਰਪ੍ਰਤਾਪ ਸੂਰਜ ਆਗਰ ਗ੍ਰੰਥ ਸਾਹਿਬ ਅਸਵਾਰੀ। 4 ਚਮਰ ਢੋਰਤ ਦੁੱਤ ਭਾਰੀ। ਪਾਛੇ ਸਭ ਕੁਟੰਬ ਮਗ ਚਾਲਤ ਸ਼ਬਦ ਹੋਤ ਬੜ ਹਾਏ ਪਗ ਡਾਲਤ। ਸ੍ਰੀ ਗੁਰਪ੍ਰਤਾਪ ਸੂਰਜ 7ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦੂਰ ਦੇਸ਼ ਦੀ ਸੰਗਤ ਕੀਰਤਨ ਕਰਦੀ ਹੋਈ ਅਤਿਅੰਤ ਨੇੜੇ ਪਹੁੰਚੀ ਤਾਂ ਆਪ ਜੀ ਗੁਰਬਾਣੀ ਦਾ ਅਦਬ ਰੱਖਣ ਵਾਸਤੇ ਬੜੇ ਕਾਹਲੀ ਨਾਲ ਪਲੰਗੇ ਤੋਂ ਉੱਠੇ ਤਾਂ ਬਾਹੀ ਨਾਲ ਗੋਡਾ ਵੱਜਣ ਤੇ ਚੋਟ ਲੱਗ ਗਈ। ਸੁਨ ਬਾਣੀ ਪੁਨ ਸਤਿਗੁਰ ਜਾਗੇ ਕਰੀ ਸ਼ੀਗਰਤਾ ਸਹਿਜਾ ਤਿਆਗੇ। ਹਰ ਬਰਾਏ ਜਬ ਨਿੰਦਰਾ ਤਿਆਗੀ ਪਾਟੀ ਚੋਟ ਗੋਡ ਪਰ ਲਾਗੀ। ਸੰਗਤਾਂ ਦੇ ਹੈਰਾਨ ਹੋ ਕੇ ਪੁੱਛਣ ਤੋਂ ਕਿ ਮਹਾਰਾਜ ਜੀ ਆਪ ਐਨੀ ਕਾਹਲੀ ਨਾਲ ਕਿਉਂ ਉੱਠੇ ਹੋ ਤਾਂ ਹਜੂਰ ਨੇ ਫਰਮਾਇਆ ਕਿ ਭਾਈ ਸੰਗਤ ਗੁਰੂ ਕੀ ਬਾਣੀ ਪੜ੍ਹ ਰਹੀ ਸੀ। ਗੁਰਬਾਣੀ ਦਾ ਅਦਬ ਰੱਖਣ ਲਈ ਛੇਤੀ ਉੱਠੇ ਹਾਂ। ਜੇ ਅਸੀਂ ਹੀ ਗੁਰਬਾਣੀ ਦਾ ਸਤਿਕਾਰ ਕਰਨ ਵਿੱਚ ਢਿੱਲ ਕਰਾਂਗੇ ਤਾਂ ਦੂਸਰੇ ਕਿਸ ਤਰ੍ਹਾਂ ਇਸ ਦਾ ਸਤਿਕਾਰ ਕਰਨਗੇ। ਬਚਨ ਕੀਤੇ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ। ਜੋ ਗੁਰ ਭਗਤ ਸੋ ਸਿੱਖ ਹੈ ਮੇਰਾ ਗੁਰਬਾਣੀ ਭੈ ਤਿਸੈ ਕਨੇਰਾ। ਜਿਨ ਭੈ ਅਦਬ ਨ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ। ਸ੍ਰੀ ਗੁਰਪ੍ਰਤਾਪ ਸੂਰਜ ਆਪ ਜੀ ਦਾ ਬੜਾ ਚਤੁਰ ਸਿਆਣਾ ਸਾਹਿਬਜ਼ਾਦਾ ਸ੍ਰੀ ਰਾਮ ਰਾਏ ਜੀ ਜਿਸ ਨੂੰ ਹਜੂਰ ਨੇ ਬਚਨ ਕੀਤਾ ਸੀ ਕਿ ਅਸੀਂ ਤੇਰੀ ਰਸਨਾ ਤੇ ਵਸਾਂਗੇ, ਜੋ ਕਹੇਗਾ ਸੋ ਪੂਰਾ ਹੋਇਆ ਕਰੇਗਾ। ਇਸੇ ਤਰ੍ਹਾਂ ਹੀ ਹੋਇਆ। ਉਹਨਾਂ ਔਰੰਗਜ਼ੇਬ ਦੀ ਸਭਾ ਵਿੱਚ ਬੇਅੰਤ ਕਰਾਮਾਤਾਂ ਦਿਖਾਈਆਂ। ਹਰ ਰੋਜ਼ ਦੇ 13,000 ਰੁਪਏ ਇਸ ਦੇ ਡੇਰੇ ਵਿੱਚ ਬਾਦਸ਼ਾਹ ਵੱਲੋਂ ਪਹੁੰਚਦੇ। ਪਰ ਜਦੋਂ ਗੁਰਬਾਣੀ ਦਾ ਅੱਧਾ ਅੱਖਰ ਮਿੱਟੀ ਮੁਸਲਮਾਨ ਕੀ ਥਾਂ ਬੇਈਮਾਨ ਕੀ ਕਹਿ ਕੇ ਕੇਵਲ ਜ਼ਬਾਨੀ ਬਦਲਿਆ ਤਾਂ ਸਤਿਗੁਰੂ ਹਰ ਰਾਏ ਸਾਹਿਬ ਜੀ ਨੇ ਅਤਿਅੰਤ ਨਾਰਾਜ਼ ਹੋ ਕੇ ਕਹਿ ਦਿੱਤਾ ਕਿ ਵੱਡੇ ਸਤਿਗੁਰਾਂ ਦੀ ਧੁਰਕੀ ਬਾਣੀ ਦਾ ਅੱਖਰ ਜ਼ਬਾਨੀ ਬਦਲਣ ਵਾਲਾ ਸਾਡੇ ਮੱਥੇ ਤੱਕ ਨਾ ਲੱਗੇ। ਜਿੱਧਰ ਨੂੰ ਮੂੰਹ ਹੈ ਉਧਰੇ ਚਲਾ ਜਾਏ। ਅਬ ਹਮਰੇ ਮੁਖ ਲਾਗੇ ਨਾਹੀ ਰਹੋ ਆਪ ਤੁਰਕੇਸ਼ਰ ਪਾਹੀ। ਸ੍ਰੀ ਗੁਰਪ੍ਰਤਾਪ ਸੂਰਜ ਸਗੋਂ ਇਥੋਂ ਤੱਕ ਕਿਹਾ ਕਿ ਉਸ ਨੂੰ ਕੋਈ ਵੀ ਸਿੱਖ ਪੂਜਾ ਨਾ ਦੇਵੇ। ਇਉਂ ਗੁਰੂ ਘਰ ਵਿੱਚੋਂ ਖਾਰਜ ਕੀਤਾ। ਜਦੋਂ ਔਰੰਗਜ਼ੇਬ ਨੇ 8ਵੇਂ ਸਤਿਗੁਰਾਂ ਦੇ ਦਰਸ਼ਨ ਦਿੱਲੀ ਵਿੱਚ ਪਹੁੰਚਿਆ ਦੇ ਕਰਨੇ ਚਾਹੇ ਤਾਂ ਹਜੂਰ ਨੇ ਸਤਿਗੁਰ ਘਰ ਕੋ ਸ਼ਬਦ ਲਿਖੀਜੈ ਪਠੋ ਵਿਚਾਰੋ ਹਿਰਦਾ ਧਰੀਜੈ। ਚਲਹੋ ਪੰਥ ਤਿਸ ਸਭ ਸੁਖ ਪਾਵੋ
जन्म मरण को कष्ट मिटावो। महला पहला। क्या खादा क्या पैदा होए, लेख के कह के भेजिया के साडे असल दर्शन इस शब्द विचों ही कर लैणे। यह गुरबाणी साडा रिदा है। चौपई। सिरी मुख ते कह शब्द लिखायो, बिन सतनाम विराग जनायो। सिरे गुरप्रताप सूरज। आनंदपुर साहिब। दसम पातशाह जी ने एक लग ਦੇ ਗਲਤ ਉਚਾਰਨ ਤੋਂ ਸਿੰਘ ਨੂੰ ਤਾੜਨਾ ਕਰਵਾਈ ਤੇ ਕਿਹਾ, ਸਿੰਘਾ ਤੂੰ ਸਾਡੇ ਅੰਗ ਤੋੜ ਰਿਹਾ ਹੈ। ਤਾਈਏ ਸਾਰੀ ਗੁਰਬਾਣੀ ਦੇ ਅਰਥ ਪੜਾਏ। ਸਿੱਖੋ ਸੁਨੋ ਸੀਖ ਇਹੋ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ। ਪੜੈ ਮਹਾਤਮ ਲਹੈ ਵਿਸਾਲ, ਹਲਤ ਪਲਤ ਮਹਿ ਹੋਏ ਨਿਹਾਲ। ਸਿਰੇ ਗੁਰਪ੍ਰਤਾਪ ਸੂਰਜ। ਹਜੂਰੀ ਕਵੀ ਭਾਈ ਨੰਦ ਲਾਲ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ, ਕਲਗੀਧਰ ਪਿਤਾ ਜੀ, ਅਸੀਂ ਤੁਹਾਡਾ ਦਰਸ਼ਨ ਕਿੱਥੋਂ ਕਰ ਸਕਦੇ ਹਾਂ। ਨੰਦ ਲਾਲ ਆਵਾਜ਼। ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰ ਮੋਹਿ ਆਏ। ਲਖੀਏ ਤੁਮਰਾ ਦਰਸ ਕਹਾਂ, ਕਹੋ ਮੋਹਿ ਸਮਝਾਏ। ਸ੍ਰੀ ਗੁਰੂਵਾਚ। ਤੀਨ ਰੂਪ ਹੈ ਮੋਹ ਕੇ, ਸੁਨਹੁ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ, ਕਹੋ ਤੋਹੇ ਸਮਝਾਏ। ਚੌਪਈ। ਏਕ ਰੂਪ ਤਿਹੁ ਗੁਣ ਤੇ ਪਰੇ, ਨੇਤ ਨੇਤ ਜਿਹੇ ਨਿਗਮ ਉਚਰੇ। ਘਟ ਘਟ ਵਿਆਪਕ ਅੰਤਰਜਾਮੀ, ਪੂਰ ਰਹਿਓ ਜਿਉ ਘਟ ਜਲ ਘਟ ਬਾਨੀ। ਜਲ ਘਟ ਭਾਨੀ ਦੂਸਰ ਰੂਪ, ਗ੍ਰੰਥ ਜੀ ਜਾਨੋ। ਆਪਨ ਅੰਗ ਮੇਰੇ ਕਰ ਮਾਨੋ। ਰੋਮ ਰੋਮ ਅਛਰ ਸੋ ਲਹੋ, ਬਾਤ ਜਸਾਰਥ ਤੁਮ ਸੋ ਕਹੋ। ਜੋ ਸਿੱਖ ਗੁਰੂ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਹੇ। ਪ੍ਰਭਾਤ ਸਮੇਂ ਕਰਕੈ ਇਸਨਾਨ, ਤੀਨ ਪ੍ਰਦਛਨਾ ਕਰੈ ਸੁਜਾਨ। ਸ਼ਬਦ ਸੁਨੈ ਗੁਰ ਹਿਤ ਚਿਤ ਲਾਏ, ਗਿਆਨ ਸ਼ਬਦ ਗੁਰ ਸੁਨੇ ਸੁਨਾਏ। ਜੋ ਮਮ ਸਾਥ ਚਾਹੇ ਕਰ ਬਾਤ, ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥ। ਜੋ ਮੁਝ ਬਚਨ ਸੁਨਣ ਕੀ ਚਾਏ, ਗ੍ਰੰਥ ਵਿਚਾਰ ਸੁਨਹੁ ਚਿਤ ਲਾਏ। ਮੇਰਾ ਰੂਪ ਗ੍ਰੰਥ ਜੀ ਜਾਨ, ਇਸ ਮੇਂ ਭੇਦ ਨਾ ਰੰਚਕ ਮਾਨ। ਸ੍ਰੀ ਗੁਰੂਵਾਚ। ਗੁਰ ਸਿੱਖ ਸੇਵ ਸ਼ਬਦ ਜੋ ਗਹੋ, ਸ਼ਬਦ ਸਰੂਪ ਸੋ ਇਹ ਬਿਦ ਲਹੋ। ਸ਼ਬਦ ਸਰੂਪ ਵਾਕ ਜੋ ਧਾਰੇ, ਤਿਸ ਤੇ ਲਖੀਏ ਅਪਰ ਅਪਾਰੇ। ਤੇ ਮੈਂ ਗੋਸ਼ਟ ਕਹੀ ਸੋ ਭਾਈ, ਪੜ੍ਹੈ ਸੁਨੈ ਜੋ ਚਿੱਤ ਲਾਈ। ਤਿਸ ਕੀ ਮਹਿਮਾ ਕਹੋ ਬਖਾਨ, ਜੋਤੀ ਜੋਤ ਮਿਲੈ ਮੋਹਿਆਨ। ਰਹਿਤ ਨਾਮਾ ਭਾਈ ਨੰਦ ਲਾਲ ਸਿੰਘ ਜੀ। ਸ਼ੁੱਧ ਪਾਠ ਤੇ ਅਰਥ ਸ਼ੁੱਧ, ਸ਼ੁੱਧ ਅਰਥ ਸ਼ੁੱਧ ਬੋਧ। ਸ਼ੁੱਧ ਬੋਧ ਵਿਗਿਆਨ ਸ਼ੁੱਧ, ਬੋਧ ਅਬੋਧ ਸੁਬੋਧ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ। ਦਸਾਂ ਹੀ ਸਰੂਪਾਂ ਵਿੱਚ ਸਤਿਗੁਰਾਂ ਨੇ ਗੁਰਬਾਣੀ ਦਾ ਅਦਬ ਸਤਿਕਾਰ ਤੇ ਭੈ ਰੱਖਿਆ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਦਾ ਸਤਿਕਾਰ ਕੀਤਾ ਹੈ, ਤਿਵੇਂ ਸਾਨੂੰ ਵੀ ਕਰਨਾ ਚਾਹੀਦਾ ਹੈ। ਗੁਰਬਾਣੀ ਦੇ ਸਤਿਕਾਰ ਦੇ ਅਦਬ ਲਈ ਕੁਝ ਕੁ ਹੇਠ ਲਿਖੇ ਨਿਯਮ ਜ਼ਰੂਰੀ ਹਨ। ਇਸ਼ਨਾਨ ਕਰੇ ਤੋਂ ਬਿਨਾਂ, ਜੋੜੇ ਵਾਲੇ ਪੈਰ ਧੋਤੇ ਤੋਂ ਬਿਨਾਂ ਅਤੇ ਜੁਰਾਬਾਂ ਤੇ ਦਸਤਾਨੇ ਪਹਿਰ ਕੇ ਕਦੇ ਵੀ ਸਤਿਗੁਰੂ ਜੀ ਦੀ ਤਾਬਿਆ ਨਹੀਂ ਬੈਠਣਾ। ਸਰੀਰ ਦੀ ਪਵਿੱਤਰਤਾ ਹੋਣ ਤੇ ਸਣੇ ਕੇਸ਼ੀ ਇਸ਼ਨਾਨ ਕਰਕੇ, ਧੋਤੇ ਬਸਤਰ ਪਹਿਰ ਕੇ, ਜਪਜੀ ਸਾਹਿਬ ਦਾ ਪਾਠ ਕਰਕੇ ਤੇ ਅਰਦਾਸ ਕਰਕੇ ਤਾਬਿਆ ਜਾਣਾ ਚਾਹੀਦਾ ਹੈ। ਮੂੰਹ ਪੈਰ ਕਛਹਿਰੇ ਆਦਿ ਨੂੰ ਹੱਥ ਲਾ ਕੇ, ਖਾਰਸ਼ ਕਰਕੇ ਅਥਵਾ ਗਿੱਲੇ ਮੈਲੇ ਤੇ ਥਿੰਦੇ ਹੱਥ ਮਹਾਰਾਜ ਜੀ ਦੇ ਸਰੂਪ, ਪੋਥੀ, ਗੁਟਕੇ ਆਦਿ ਨੂੰ ਕਦੇ ਨਹੀਂ ਲਾਉਣੇ। ਤਾਬਿਆ ਬੈਠਿਆਂ ਇਲਾਇਚੀ ਮਿਸ਼ਰੀ ਆਦਿ ਨਹੀਂ ਖਾਣੀ, ਭਾਵ ਕੋਈ ਚੀਜ਼ ਮੂੰਹ ਵਿੱਚ ਨਹੀਂ ਪਾਉਣੀ। ਤਾਬਿਆ ਬੈਠਾ ਸਿੰਘ ਆਪਣੇ ਥੱਲੇ ਗੱਦੀ ਨਾ ਵਿਛਾਏ, ਚੌਕੜੀ ਮਾਰ ਕੇ ਸਿੱਧਾ ਬੈਠੇ।
ਮੰਜੀ ਸਾਹਿਬ ਦੇ ਕੂਣੀਆਂ ਨਾ ਰੱਖੇ, ਪਿਛਾਂਹ ਹਟ ਕੇ ਸਦਾ ਆਪਣੇ ਸਹਾਰੇ ਬੈਠਣਾ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦਾ ਪ੍ਰਸੰਗ ਇੱਥੇ ਹੀ ਸੰਕੋਚਦੇ ਹਾਂ। ਕੱਲ ਮੋੜ ਫਿਰ ਸ਼ੁਰੂ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲ ਜਾਏ ਮਾਇਆ ਮਦ ਮਾਤਾ ਵਰਣਾ